साहिब जी। मिल मेरे गोबिंद अपना नाम देहो, नाम बिना त्रिक त्रिक स्नेह रहाओ। नाम बिना जो पैरे खाए, जो कुकर जूठन में पाए। नाम बिना जेता व्यवहार, जो मृतक मिथ्या सिगार। नाम विसार करी रस भोग, सुख सुपने नहीं तन में रोग। नाम त्याग करे अन काज, दिन सजाए झूठे सब पाज। नाम संग मन प्रीत न लावै, कोट कर्म कर तो नरक जावै। हर का नाम जिन मन न अराधा, चोर की न्यायी जमपुर बाधा। लाख अडंबर बहुत विस्तारा, नाम बिना झूठे पासारा। हर का नाम सोई जन ले, कर कृपा नानक जिस दे। कोई बोले राम राम कोई खोदाए, कोई सेवे गुस्या कोई अलाए। कारण करन करीम, कृपा धार रहीम राम। कोई नावे तीरथ कोई हज जाए, कोई करे पूजा कोई सिर नभाए। कोई पढ़े वेद कोई कदेव, कोई ओटे नील कोई सफेद। कोई कहे तुर्क कोई कहे हिंदू, कोई बाछे पिस्त कोई सुरगिंदु। कहो नानक जिन हुक्म पछाता, प्रभ साहिब का तिन भेद जाता। भक्त पावन भगत वत्सल, कृपा निदान सर्व कला समरथ। खंडा ब्रह्मंडा दे मालक, जुगो जुग टल वालिए कुलियाला। गरीब नवाज सच्चा पातशाह, शब्द गुरु जगत गुरु, ज्ञान का सागर गुरु, धन गुरु श्री गुरु ग्रंथ साहिब जी महाराज की अपार बख्शिश रहमत हुई। आपां नूं अमृत वेले का जागना, इशनान नामदान सेवा सिमरन, अमृत वेले दे नितनेम, अमृत वेले दे दीवान की हाजरी भरन का सुभाग प्राप्त होया। आपां वडभागी हाँ जो लड़ीवार कथा विचार धन धन साहिब श्री गुरु ग्रंथ साहिब जी महाराज की बाणी की सरवण कर रहे हैं। अज जो सतगुरु सच्चे पातशाह जी साडे ते किरपा करते हैं, सानू समझाउणा करते, सो सिक्ख्या बख्शिश करते हैं। साहिब जी का फरमान है, ऐसो परचो पायो करी कृपा दयाल बीठले। सतगुर मुझे बतायो, गुरु के घर दे विच ऐसा मेरा परचा पिया। गुरु ने कृपा की, दया की, रहम बख्शिश किया। सतगुरु सच्चे पातशाह जी ने मेरे ते कृपा करके मैनू अपने चरणों नाल जोड़िया। करी कृपा दयाल बीठ लै। मेरे मालक सच्चे पातशाह जी ने मेरे ते कृपा की। सतगुरु मुझे बतायो, मैनू जीवन की जुगत दस दी, मैनू जीवन की सफलता का रस्ता दस दिता, मैनू ये मनुख को सफल किवें करना ये दस दिता। मैनू मेरे सतगुरु जी ने इस संसार ते आउण दा मकसद समझा दिता। जदों मैं
ਗੁਰੂ ਨੂੰ ਆਪਾਂ ਭੇਟ ਕੀਤਾ। ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਗਿਆ ਤੇ ਇਹ ਬਖਸ਼ਿਸ਼ਾਂ, ਇਹ ਰਹਿਮਤਾਂ ਉਦੋਂ ਗੁਰੂ ਨੇ ਕਰ ਦਿੱਤੀਆਂ। ਜਤ ਕਤ ਦੇਖੋ ਤਤ ਤਤ ਤੁਮਹੀ, ਮੋਹਿ ਇਹ ਬਸਿਆ ਸੋਇ ਆਇਓ, ਕਹਿ ਪੈ ਕਰੋ ਅਰਦਾਸ ਬੇਨਤੀ, ਜੋ ਸੁਨਤੋ ਹੈ ਰਘੁਰਾਇਓ। ਗੁਰੂ ਨਾਲ ਮੇਰੀ ਸਾਂਝ ਐਸੀ ਪੈ ਗਈ, ਮੈਂ ਆਪਣੀ ਮੱਤ ਗੁਰੂ ਦੇ ਚਰਨਾਂ 'ਚ ਰੱਖ ਦਿੱਤੀ ਤੇ ਗੁਰੂ ਦੀ ਮੱਤ ਧਾਰਨ ਕਰ ਲਈ। ਤੇ ਗੁਰੂ ਦੀ ਮੱਤ ਧਾਰਨ ਕਰਨ ਦਾ ਮੈਨੂੰ ਫਲ ਕੀ ਮਿਲਿਆ? ਮੇਰੀ ਗੁਰੂ ਦੇ ਨਾਲ ਸਾਂਝ ਬਣ ਗਈ, ਮੇਰਾ ਗੁਰੂ ਦੇ ਨਾਲ ਨਾਤਾ ਜੁੜ ਗਿਆ, ਮੇਰੀ ਜਾਣ ਪਹਿਚਾਣ ਹੋ ਗਈ। ਹੁਣ ਜਿੱਧਰ ਵੀ ਦੇਖਾਂ ਗੁਰੂ ਦਾ ਸ਼ਬਦ ਨਜ਼ਰ ਆਉਂਦਾ, ਜਿੱਧਰ ਵੀ ਦੇਖਾਂ ਗੁਰੂ ਦਾ ਬਚਨ ਅੱਗੇ ਆਉਂਦਾ। ਇਹ ਗੁਰੂ ਦੇ ਬਚਨ ਨੇ ਮੇਰੇ ਜੀਵਨ ਨੂੰ ਪਲਟਾ ਦੇ ਦਿੱਤਾ। ਹੁਣ ਤੇ ਜਿੱਥੇ ਜਿੱਥੇ ਵੀ ਦੇਖਦਾ ਮੈਨੂੰ ਉਹ ਪਰਮ ਪਿਤਾ ਪਰਮਾਤਮਾ ਦਾ ਨੂਰ ਨਜ਼ਰ ਆਉਂਦਾ। ਸਾਰੀ ਕਾਇਨਾਤ ਵਿੱਚ, ਉਸ ਬ੍ਰਹਿਮੰਡ ਵਿੱਚ, ਕਾਇਨਾਤ ਵਿੱਚ ਉਸ ਰੱਬ ਦੀ ਬਖਸ਼ਿਸ਼ ਨਜ਼ਰ ਆਉਂਦੀ, ਉਸ ਰੱਬ ਦਾ ਹੀ ਸਾਰਾ ਕੁਛ ਨਜ਼ਰ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਕਹਿ ਪਏ ਕਰੋ ਅਰਦਾਸ ਬੇਨੰਤੀ। ਹੁਣ ਮੈਂ ਕਿਉਂ ਦਰ ਦਰ ਜਾ ਕੇ ਅਰਦਾਸਾਂ ਕਰਾਂ? ਕਿਉਂ ਮੈਂ ਜਾ ਕੇ ਬੇਨਤੀਆਂ ਕਰਾਂ? ਕਿਉਂ ਮੜੀਆਂ ਮਸਾਲੀਆਂ ਦੇ ਅੱਗੇ ਹੱਥ ਜੋੜਾਂ? ਕਿਉਂ ਪੀਰਖਾਨੇ ਮਨਾਉਂਦਾ ਫਿਰਾਂ? ਕਿਉਂ ਮੈਂ ਸੁੱਖਾਂ ਦਿੰਦਾ ਫਿਰਾਂ ਕਿਸੇ ਦੀਆਂ? ਕਿਉਂ ਮੈਂ ਇਸ ਤਰ੍ਹਾਂ ਦੇ ਕੰਮ ਕਰਦਾ ਫਿਰਾਂ? ਜੋ ਸੁਣਤੋ ਹੈ ਰਘੁਰਾਇਓ। ਜਦੋਂ ਮੇਰੀ ਸੁਣਦਾ ਹੈ ਮੇਰਾ ਮਾਲਕ ਪਰਮਾਤਮਾ, ਤੇ ਫਿਰ ਕਿਉਂ ਮੈਂ ਥੱਲੇ ਵਾਲਿਆਂ ਨਾਲ ਗੱਲ ਕਰਾਂ? ਕਿਸੇ ਦੀ SSP ਨਾਲ ਗੱਲ ਹੋਵੇ ਨਾ, ਤੇ ਉਹਨੂੰ ਕੋਈ ਆ ਕੇ ਆਖੇ ਕਿ ਬਈ ਜਰਾ ਚੱਲੋ ਸਾਡੇ ਨਾਲ, ਇੰਸਪੈਕਟਰ ਨੂੰ ਬੇਨਤੀ ਕਰਨੀ ਆ, ਉਹਨੂੰ ਮਿਹਨਤ ਕਰਨੀ ਆ, ਉਹਦੇ ਅੱਗੇ ਅਰਦਾਸ ਕਰਨੀ ਆ ਆਪਾਂ ਵੀ ਸਾਡਾ ਆਹ ਕੰਮ ਕਰ ਦੇ। ਉਹਦੀ ਹੁਣ SSP ਨਾਲ ਬੈਠਣੀ ਉੱਠਣੀ ਆ, ਸਾਧਿਆ ਉਹ ਕਹੇਗਾ ਇਹ ਇੰਸਪੈਕਟਰ ਕੀ ਆ ਆਪਣੇ ਅੱਗੇ, ਆਪਾਂ SSP ਨੂੰ ਕਵਾਂਗੇ, ਉਹ ਆਪੇ ਇਹਨੂੰ ਬੰਦੇ ਦਾ ਪੁੱਤ ਬਣਾ ਦੇਗਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਦੋਂ ਰਹਿੰਦੇ ਨੇ ਗੋਕਲ ਦੇ ਵਿੱਚ, ਤੇ ਗੋਕਲ ਨਿਵਾਸੀ ਗਵਾਲੇ ਆ, ਗਾਵਾਂ ਦਾ ਦੁੱਧ ਚੋਂਦੇ ਆ, ਵੇਚਦੇ ਆ, ਮੱਖਣ ਵੇਚਦੇ, ਘਿਓ ਵੇਚਦੇ ਆ। ਇਹ ਕਾਰੋਬਾਰ ਹੈ, ਖੇਤੀ ਨਹੀਂ ਹੁੰਦੀ, ਪਹਾੜੀ ਇਲਾਕਾ ਹੈ। ਉੱਥੇ ਜਿਹੜਾ ਘਾਹ ਫੂਸ ਹੁੰਦਾ ਉੱਗਦਾ ਉਹ ਖਾਂਦੀਆਂ ਗਾਵਾਂ, ਤੇ ਚਾਰੇ ਦਾ ਉੱਥੋਂ ਪੂਰਾ ਹੁੰਦਾ ਹੈ। ਤੇ ਹਰ ਸਾਲ ਵਿਪਰ ਦੀ ਬਣਾਈ ਹੋਈ ਰੀਤ ਯਾਦ ਰੱਖਣਾ। ਵਿਪਰਵਾਦ ਨੇ ਭਗਵਾਨ ਕ੍ਰਿਸ਼ਨ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ, ਉਹਦੇ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਬਿਆਨ ਕੀਤਾ। ਭਗਵਾਨ ਰਾਮ ਨੂੰ ਵੀ ਆਪਣੇ ਤਰੀਕੇ ਨਾਲ ਬਿਆਨ ਕੀਤਾ। ਇਹ ਰੱਬੀ ਅਵਤਾਰ ਸਨ। ਹੁਣ ਕ੍ਰਿਸ਼ਨ ਭਗਵਾਨ 12 ਕੁ ਸਾਲ ਦਾ ਹੈ, ਤੇ ਹਰ ਸਾਲ ਦੇਖਦਾ ਹੈ ਗੋਕਲ ਨਿਵਾਸੀ ਇੰਦਰ ਦੇਵਤੇ ਦੀ ਪੂਜਾ ਕਰਦੇ ਆ। ਇੰਦਰ ਦੇਵਤੇ ਦੀ ਪੂਜਾ ਕਰਦੇ ਆ, ਉਹਦਾ ਪੂਜਨ ਕਰਦੇ ਨੇ, ਉਹਦੀਆਂ ਕੜਾਹੀਆਂ ਦਿੰਦੇ ਨੇ, ਮਾਲ ਪੂੜੇ ਬਣਾਉਂਦੇ ਨੇ, ਗੁਲਗੁਲੇ ਬਣਾਉਂਦੇ ਨੇ ਉਹਦੇ ਵਾਸਤੇ, ਉਹਦੀ ਪੂਜਾ ਕਰਦੇ, ਮੰਨਤ ਮੰਨਦੇ ਵੀ ਅਗਲੇ ਸਾਲ ਵੀ ਕਰਾਂਗੇ। ਬਾਰਿਸ਼ ਪੈਂਦੀ ਹੈ, ਉਸ ਬਾਰਿਸ਼ ਦੇ ਨਾਲ ਘਾਹ ਫੂਸ ਬਹੁਤ ਹੋ ਜਾਂਦਾ, ਜਿਹੜਾ ਉਹਨਾਂ ਗਵਾਲਿਆਂ ਦੀਆਂ ਗਊਆਂ ਵਾਸਤੇ ਜ਼ਰੂਰੀ ਸੀ। ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਘਰੋਂ ਬਾਹਰ ਚੱਲੇ ਖੇਡਣ ਵਾਸਤੇ ਹਾਰੀਆਂ ਦੇ ਨਾਲ। ਮਾਂ ਯਸ਼ੋਦਾ ਨੇ ਆਵਾਜ਼ ਮਾਰੀ, ਕਹਿਣ ਲੱਗੀ ਕਨਈਆ। ਬੋਲਿਆ ਜੀ ਮਾਈ। ਉਧਰ ਮਾਈ ਕਹਿੰਦੇ ਨੇ ਯੂਪੀ ਚ ਮਾਂ ਨੂੰ, ਜੀ ਮਾਈ ਤੂੰ ਲੱਲਾ ਬਾਹਰ ਨਹੀਂ ਜਾਣਾ, ਪੁੱਤਰ ਨੂੰ ਲੱਲਾ ਕਹਿੰਦੇ ਆ। ਕਿਉਂ ਮਾਈ?
मैं खेलने जाना, नहीं बेटा अज आपां इंद्र पूजन करना है, तो इस करके तू मुखिए का पुत्र है, तेरा विच रहना बहुत जरूरी है। माई इंद्र की पूजा क्यों करते हैं आपां? पुत्र इंद्र की पूजा का सदका ही ते तू मक्खन खाना है, घ्यो खाना, दुध पीना। माई ये तो गाय देती है ना? हाँ पुत्र गाय देती है, मगर जिहड़ा घाह फूस गां चुगदी है तां ही देंदी है ना। तो घाह फूस तो बोलता धरती देती है ना, फिर इंद्र की पूजा क्यों? बोलती बेटा घाह फूस तां हुंदा जदों इंद्र देवता बदल नूं हुक्म देंदा भी बरस, मेघ, मेघ दे अर्थ है बदल, बदल नूं हुक्म देंदा बरस, फिर मेघ बरसदा है ते फिर ही हुंदा ना। कृष्ण समझाउंदा है माई ईश्वर है, ये कुदरत है, दो शक्तियां ने, एक कुदरत की शक्ति है ते एक ईश्वर है। ये शक्ति कुदरत दी ईश्वर दे परमात्मा वाहिगुरू जी दे हुक्म च आ। उस परमात्मा ने ये नियम बदले हुए ने। कदी गूगल च सर्च मारना, कदी यूट्यूब ते सर्च मार लेना, भारत बांग्लादेश ते आह पाकिस्तान, ये दो चार देश छड्ड के ना बाकी सारे देशों दे विच अमेरिका, कनेडा, जापान, फ्रांस, इटली वगैरह वगैरह सब देशों दे विच मॉनसून अपने समय नाल आउंदी है। भाव जदों बरसाती महीने आउणे आ ना, बरसात ने आउणा ही आउणा, कोई नहीं रोक सकता उसनूं। इसलिए वो तैयारी करके रखते हैं कि बरसात आउगी। जिहड़े नाले आ वो साफ करके रखते हैं, जिन्होंने सेव नाले कहने असीं, जिन्हां दे विच दी बरसाती पानी बह के दरियावां च जाएगा, उन्हां दी सफाई कर लेंदे ने, बाकी प्रबंध कर लेंदे ने। एक साडा भारत देश आ जिथे कई बारी ते बहुत ज़्यादा हद तो वध मीह पै जाता, ते कई बारी सौण भादों सुक्का ही लंघ जाते। इसदा कारण पता की है? वो जिहड़े देश ने वो कुदरत नाल छेड़छाड़ बहुत घट करते हैं। ते भारत, चाइना, उत्तर कोरिया, दक्षिण कोरिया, पाकिस्तान, ये मुल्क कुदरत नाल बड़ी छेड़छाड़ करते हैं, इस करके मुसीबतों का कारण बनते हैं। अज जो हुण रोज़ वेखीदा नेट ते एडे एडे पत्थर के पक्के पहाड़, जिन्होंने इंजीनियर ने कहा सी 1000 साल तक नहीं डिग सकता, वो पहाड़ों साइड तो कट कट के सड़क बनाई सीगियां। कल मैं एक वीडियो देखी, पूरे का पूरा पहाड़ ही जिवें बरूद ला के डिग गया होंदा ना, भन्निया होंदा पत्थरों का, वो सारे का सारा ही। ते मिट्टी के पहाड़ ते हिमाचल दे विच, जम्मू कश्मीर दे विच आम ही डिगण डए आ। रौला पाउंदे ने जिहड़े नैना देवी जाण वाले, सानूं दर्शन नहीं करन देंदे, सानूं दर्शन नहीं करन देंदे। आही प्रशासन का ऑर्डर आ कि बई अगले बन्ने पता नहीं कदों कित्थों पहाड़ डिग पैंदा, बड़ा बुरा काम चलन दिया, ते ये जनता फस जाएगी, उत्थे नहीं जान देना। पहाड़ फिसदे पे ने, पाटदे पे, डिगदे पे। इसदा पता कारण की है? पहाड़ों के उत्ते दरखत सी, चीड़, बियार, बोड़, पिपल वगैरह वगैरह। ये जिहड़े दरखत आ, ये धरती नूं बन के रखते, मिट्टी नूं फड़ के रखते हैं, ते पानी की सतह नूं खिंच के रखते हैं। ते जिहड़े हिमाचल दीयां सरकारां फटाफट वढ के जंगल, क्योंकि हुण वढने जंगल सौखे आ, मशीनां आ गईयां ने, मशीनां दे नाल वढ के दरखत ते वेची तुरे जांदे ने, होर लाउण दा किसे नूं चेता ही नहीं।
ਜਿਹੜੇ ਆਪੇ ਉੱਗੇ ਨੇ ਉਹ ਵੜ ਵੇਚੀ ਜਾਂਦੇ ਨੇ, ਉਹ ਪਹਾੜ ਹੋ ਗਏ ਖੋਖਲੇ ਤੇ ਡਿੱਗਦੇ ਜਾਂਦੇ ਆ। ਇਸੇ ਤਰ੍ਹਾਂ ਅਸੀਂ ਕੁਦਰਤ ਨਾਲ ਛੇੜਛਾੜ ਕਰਦੇ ਪਏ ਆ। ਆਪਣੀਆਂ ਜ਼ਮੀਨਾਂ ਦੇ ਘੇਰੇ ਦਰਖਤ ਲਾਓ, ਆਪਣੀ ਕੋਠੀ ਦੇ ਘੇਰੇ ਦਰਖਤ ਲਾਓ, ਆਪਣੀ ਹਵੇਲੀ ਦੇ ਵਿੱਚ ਦਰਖਤ ਲਾਓ, ਚਾਰ ਸਫੇਰੇ ਪਿੰਡ ਦੇ ਦਰਖਤ ਲਾਓ। ਇਹ ਬੱਦਲ ਨੂੰ ਲਿਆਉਂਦੇ ਨੇ ਸਮੇਂ ਸਿਰ, ਤੇ ਜਦੋਂ ਇਸ ਬੱਦਲ ਦਾ ਮੌਸਮ ਚਲਿਆ ਜਾਂਦਾ ਤੇ ਉਦੋਂ ਇਸ ਬੱਦਲ ਨੂੰ ਇਹੀ ਦਰਖਤ ਜਿਹੜੇ ਨੇ ਹਵਾ ਦੇ ਨਾਲ ਧੱਕ ਦਿੰਦੇ ਨੇ ਗਾਂਹ। ਧਰਤੀ ਦੇ ਫੇਰ ਨਾਲ ਬੱਦਲ ਆਉਂਦਾ, ਜਦੋਂ ਧਰਤੀ ਘੁੰਮਦੀ ਆ ਨਾ ਤੇ ਉਸ ਇਲਾਕੇ 'ਚ ਆ ਜਾਂਦੀ ਆ ਤੇ ਉਦੋਂ ਬੱਦਲ ਆਉਂਦੇ ਆ, ਤੇ ਜਦੋਂ ਫਿਰ 2 ਮਹੀਨਿਆਂ ਬਾਅਦ ਉਹ ਤੋਂ ਅੱਗੇ ਲੰਘ ਜਾਂਦੀ ਆ, ਇਹੀ ਜਿਹੜੇ ਦਰਖਤ ਨੇ ਇਹੀ ਉਹਨਾਂ ਬੱਦਲਾਂ ਨੂੰ ਭਜਾ ਦਿੰਦੇ ਆ। ਕ੍ਰਿਸ਼ਨ ਕਨ੍ਹਈਆ ਕਹਿਣ ਲੱਗਾ, ਮਈਆ ਇਹ ਈਸ਼ਵਰ ਕਰਦਾ ਏ ਤੇ ਕੁਦਰਤ ਨੂੰ ਉਸਨੇ ਹੁਕਮ ਲਾਇਆ ਹੈ। ਆ ਜਿਹੜੇ ਜੀਵ ਜੰਤ ਪੈਦਾ ਕੀਤੇ ਨੇ ਇਹਨਾਂ ਨੂੰ ਹਰ ਸਾਵਣ ਭਾਦੋ ਦੇ ਵਿੱਚ ਬਾਰਿਸ਼ ਦੇਣੀ ਆ। ਇਹਨਾਂ ਨੂੰ ਹਰ ਪੋਹ ਮਾਘ ਦੇ ਵਿੱਚ ਬਾਰਿਸ਼ ਦੇਣੀ ਹੈ। ਜੀਵ ਜੰਤੂ ਵਾਸਤੇ, ਘਾਹ ਫਸਾ ਉੱਗਣ ਵਾਸਤੇ ਬਹੁਤ ਜਿੱਦ ਕੀਤੀ ਉਹਨਾਂ ਨੇ, ਪਰ ਕਨ੍ਹਈਏ ਨੇ ਮਨਾ ਲਿਆ, ਕ੍ਰਿਸ਼ਨ ਭਗਵਾਨ ਨੇ ਮਨਾ ਲਿਆ ਵੀ ਇਸ ਵਾਰ ਪੂਜਾ ਰੱਬ ਦੀ ਹੋਵੇਗੀ, ਪੂਜਾ ਪਰਮਾਤਮਾ ਦੀ ਹੋਵੇਗੀ, ਇੰਦਰ ਦੀ ਨਹੀਂ ਹੋਵੇਗੀ। ਤੇ ਜਦੋਂ ਪੂਜਾ ਪਰਮਾਤਮਾ ਦੀ ਕੀਤੀ ਤੇ ਬੱਦਲ ਆਉਣੇ ਹੀ ਸੀ, ਬੜੀ ਤੇਜ਼ ਆਏ, ਹੜ੍ਹ ਆ ਗਏ। ਜਿਹੜਾ ਵਿਪਰ ਸੀ ਨਾ, ਹਰ ਵਾਰੀ ਮੁਸੀਬਤ ਆਉਂਦੀ ਜਦੋਂ ਬਾਰਿਸ਼ਾਂ ਹੁੰਦੀਆਂ ਨੇ, ਜਿਹੜਾ ਵਿਪਰ ਸੀ ਨਾ ਉਹਨੇ ਪ੍ਰਚਾਰ ਕਰ ਦਿੱਤਾ ਕ੍ਰਿਸ਼ਨ ਦੇ ਖਿਲਾਫ। ਦੇਖੋ ਇਹ ਇੰਦਰ ਦੀ ਕਰੋਪੀ ਆ, ਇੰਦਰ ਦੀ ਪੂਜਾ ਨਹੀਂ ਕੀਤੀ ਐਤਕੀ, ਇੰਦਰ ਦੀ ਕਰੋਪੀ ਆ, ਇਹ ਉਹਦੀ ਕਰੋਪੀ ਦਾ ਕਰਕੇ ਆ, ਤੁਸੀਂ ਮੰਨਦੇ ਨਹੀਂ ਮੇਰੀ ਗੱਲ, ਉਹਦੀ ਕਰੋਪੀ ਦਾ ਕਰਕੇ ਆ, ਉਹਨੇ ਪੂਜਨ ਨਹੀਂ ਕਰਨ ਦਿੱਤਾ। ਸਾਰੇ ਇੰਦਰ ਦੇ ਕ੍ਰਿਸ਼ਨ ਦੇ ਦਿਵਾਲੇ ਹੋ ਗਏ। ਹੁਣ ਬਚਾ ਸਾਨੂੰ। ਤੇ ਪਹਾੜ ਦੇ ਉੱਤੇ ਇੱਕ ਗੋਵਰਧਨ ਪਰਬਤ ਆ, ਗੋਵਰਧਨ, ਉਹ ਛਤਰੀ ਵਰਗਾ ਏ, ਛਤਰੀ ਵਰਗਾ 4 ਸਵੇਰੋਂ ਤੇ 1 ਉਂਗਲ ਵਰਗਾ ਪਿੱਲਰ ਆ ਪੱਥਰ, ਜਿਹਦੇ ਉੱਤੇ ਉਹ ਖੜਾ ਸਾਰਾ। ਉਹਦੇ ਥੱਲੇ, ਕਿਉਂਕਿ ਬਾਰਿਸ਼ ਨਿਵਾਨ ਨੂੰ ਜਾਂਦੀ ਆ, ਉਹਦੇ ਥੱਲੇ ਲੈ ਗਿਆ ਸਾਰਿਆਂ ਨੂੰ। ਵਿਪਰ ਬੜਾ ਚਲਾਕ ਆ, ਵਿਪਰ ਬੜਾ ਸ਼ਰਾਰਤੀ ਆ, ਦਿਮਾਗ ਬੜਾ ਇਹਦਾ ਛਾਤਰ ਆ। ਉਸੇ ਕ੍ਰਿਸ਼ਨ ਦੀ ਇਤਿਹਾਸ ਵਿੱਚ ਹਿਸਟਰੀ ਲਿਖ ਦਿੱਤੀ ਵੀ ਕ੍ਰਿਸ਼ਨ ਨੇ ਉਂਗਲੀ ਤੇ ਚੁੱਕਿਆ ਸੀ, ਚੀਚੀ ਤੇ ਚੁੱਕਿਆ ਸੀ। ਕ੍ਰਿਸ਼ਨ ਮਹਾਨ ਸੀ, ਕ੍ਰਿਸ਼ਨ ਮਹਾਤਮਾ ਸੀ। ਉਹਦੀ ਮੂਰਤੀ ਲਾ ਕੇ ਮੰਦਿਰਾਂ ਦੇ ਵਿੱਚ ਗੀਤਾ ਫਿਰ ਦੂਰ ਕਰਤੀ। ਮੈਂ ਪੂਨੇ ਦੇ ਵਿੱਚ ਕਈ ਪਰਿਵਾਰਾਂ ਦੇ ਘਰੇ ਹਿੰਦੂਆਂ ਦੇ ਜਾਂਦਾ ਹੁੰਦਾ ਸੀ। ਉਧਰ ਜਾਤ ਪਾਤ ਮਜ਼ਹਬ ਧਰਮ ਨੂੰ ਕੋਈ ਨਹੀਂ ਮੰਨਦਾ। ਸਰਦਾਰਾਂ ਦੀਆਂ ਕੁੜੀਆਂ ਹਿੰਦੂਆਂ ਦੇ ਘਰੇ, ਹਿੰਦੂਆਂ ਦੀਆਂ ਕੁੜੀਆਂ ਮੁਸਲਮਾਨਾਂ ਦੇ ਘਰੇ, ਮੁਸਲਮਾਨਾਂ ਦੀਆਂ ਕੁੜੀਆਂ ਸਰਦਾਰਾਂ ਦੇ ਘਰੇ, ਇਹ ਸਭ ਚੱਲਦਾ ਉੱਧਰ। ਤੇ ਜਦੋਂ ਕਈ ਵਾਰੀ ਸਰਦਾਰਾਂ ਦੀਆਂ ਲੜਕੀਆਂ ਹਿੰਦੂਆਂ ਦੇ ਘਰੇ ਹੁੰਦੀਆਂ ਨਾ, ਤੇ ਉਹ ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤੇ ਅੰਮ੍ਰਿਤ ਸੰਸਕਾਰ ਕਰਾਉਂਦੀਆਂ, ਬੱਚੇ ਨੂੰ ਅੰਮ੍ਰਿਤ ਪਿਲਾਉਂਦੀਆਂ ਗਿਆਨੀ ਨੂੰ ਸੱਦ ਕੇ। ਮੈਂ ਜਾਣਾ ਜਦੋਂ ਉਹਨਾਂ ਨੂੰ ਬੱਚੇ ਨੂੰ ਅੰਮ੍ਰਿਤ ਪਿਲਾਉਣ ਵਾਸਤੇ, ਤੇ ਵੇਖਣਾ ਉਹਨਾਂ ਦੇ ਘਰੇ ਮੂਰਤੀ ਕ੍ਰਿਸ਼ਨ ਦੀ, ਪੁੱਛਣਾ ਕ੍ਰਿਸ਼ਨ ਭਗਵਾਨ ਨੂੰ ਮੰਨਦੇ ਹੋ? ਹਾਂਜੀ, ਸਾਡੀ ਆਸਥਾ ਕ੍ਰਿਸ਼ਨ ਭਗਵਾਨ ਤੇ ਆ। ਸਾਡੇ ਬਜ਼ੁਰਗਾਂ ਦੀ ਵੀ ਸੀ, ਮੇਰੇ ਦਾਦਾ ਜੀ ਕ੍ਰਿਸ਼ਨ ਭਗਤ ਸਨ ਬੜੇ ਵੱਡੇ। ਫਿਰ ਮੈਂ ਉਹਨੂੰ ਪੁੱਛਿਆ ਤੁਹਾਡੇ ਘਰੇ ਗੀਤਾ ਹੈਗੀ ਹੈ? ਨਹੀਂ, ਗੀਤਾ ਤਾਂ ਨਹੀਂ ਹੈਗੀ। ਤੇ ਫਿਰ ਇਹ ਪੱਥਰ ਦੀ ਮੂਰਤੀ ਕੀ ਬੋਲਦੀ ਹੈ? ਬੋਲਦੀ ਉਪਦੇਸ਼ ਦਿੰਦੀ ਤੁਹਾਨੂੰ ਕੁਛ, ਇਹ ਕੋਈ ਤੁਹਾਨੂੰ ਉਪਦੇਸ਼ ਦਿੰਦੀ ਹੈ? ਹਾਂ, ਉਪਦੇਸ਼ ਨੇ ਕੀ ਦੇਣਾ, ਪੂਜਾ ਕਰੀਦੀ ਹੈ ਬਸ। ਇਹ ਕਿਹੜੀ ਪੂਜਾ ਹੈ? ਕ੍ਰਿਸ਼ਨ ਭਗਵਾਨ ਗੀਤਾ 'ਚ ਉਪਦੇਸ਼ ਦੇ ਰਿਹਾ, ਗੀਤਾ ਰੱਖੋ ਆਪਣੇ ਘਰ। ਗੀਤਾ ਤਾਂ ਤੁਹਾਡੇ ਕੋਲ ਹੈ ਨਹੀਂ, ਤੇ ਮੰਨਦੇ ਤੁਸੀਂ ਕ੍ਰਿਸ਼ਨ ਨੂੰ। ਜੇ ਕ੍ਰਿਸ਼ਨ ਦੇ ਵਿੱਚ, ਗੀਤਾ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਉਪਦੇਸ਼ ਕੀਤਾ ਹੈ, ਉਹਨੂੰ ਤੁਸੀਂ ਮੰਨਦੇ ਨਹੀਂ। ਸੋਚਣ ਤੇ ਮਜਬੂਰ ਹੋ ਜਾਂਦੇ ਸੀ, ਹਾਂ ਗੱਲ ਤੇ ਗਿਆਨੀ ਜੀ ਤੁਹਾਡੀ ਠੀਕ ਹੈ। ਇੱਕ ਭਗਵਾਨ ਕ੍ਰਿਸ਼ਨ ਜੀ ਦੀ, ਮੈਂ ਕਿਹਾ ਜਿਵੇਂ ਗੁਰੂ ਕਾ ਸਿੱਖ ਗੁਰੂ ਨੂੰ ਮੰਨਦਾ ਤੇ ਗੁਰੂ ਉਹਦਾ ਗ੍ਰੰਥ ਆ, ਇਹਦੇ ਵਿੱਚ ਗੁਰੂਆਂ ਦੇ ਬਚਨ ਨੇ, ਉਹਨਾਂ ਬਚਨਾਂ ਨੂੰ ਅਸੀਂ ਮੰਨਣਾ। ਮੈਂ ਕ੍ਰਿਸ਼ਨ ਭਗਵਾਨ ਨੂੰ ਮੰਨਣਾ ਹੈ, ਤੇ ਉਹ ਕ੍ਰਿਸ਼ਨ ਭਗਵਾਨ ਦੇ ਬਚਨ ਗੀਤਾ 'ਚ ਆ, ਤੇ ਮੈਂ ਉਹਨਾਂ ਕ੍ਰਿਸ਼ਨ ਭਗਵਾਨ ਦੇ ਬਚਨਾਂ ਨੂੰ ਮੰਨਣਾ। ਉਹ ਮੰਨ ਜਾਂਦੇ ਸੀ ਵੀ ਵਾਕਿਆ ਹੀ ਇਹ ਗੱਲ ਸਹੀ ਆ, ਗੀਤਾ ਖਰੀਦ ਲਿਆਉਂਦੇ ਸੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ,
ये विपर तो बचना, विपर बड़ा शरारती है, इन्हें कृष्ण का भी अक्स विगाड़ दिता। महाराज सच्चे पातशाह जी अज यही कहते हैं भी मैं क्यों करा किसी दे के अरदास बेनती, कह पे करूं अरदास बेनती, क्यों करा मैं दर दर जाके। गुरु ग्रंथ साहब जी महाराज कहते मेघे लो फरमान होवा वरसों कृपा धार। फरमान किहदा होया? परम पिता परमात्मा दा। ते महाराज सच्चे पातशाह कहंदा फिर पूजन भी ओदा कर जिस ते हुक्म इंद वरसदा, पूजन है सोई। वही पूजन जो गया जिहदे हुक्म दे अंदर परमात्मा दे जिहदे हुक्म दे अंदर इंद्र वर्गे भी वरसदे। सो गुरु साहिब जी कहते मैं दूजियां दे अगे अरदासां जाके क्यों करा, सिख नूं समझाउंदे ऐ भलिया जे तू गुरु का सिख है ते तेरी अरदास भी गुरु दे अगे बनदी है। दर दर जाके अरदासा करना गुरु नूं लाज लवाउण वाली गल हो जाती। लहियो सहसा बंधन गुर तोरे ता सदा सहज सुख पायो, होना सा सोई फुल होसी सुख दुख कहा दिखायो। लहियो सहसा मर्ज कहते जो सत संगत विच जाइए गुरु के बचन सुनिए तो ये जो सहसा, सहसा मतलब भरम डर ये दूर हो जाता, भज जाता है। गुरु बंधन कट दिंदा है, जुगती समझा दिंदा, करे करावे आपे आप मानस दे दे किशनी हाथ। कर है हर होए है सोए, जो परम पिता, हर का मतलब परमात्मा, जो परमात्मा करेगा कोई होवेगा, होर दूजा कुछ नहीं हो सकता। तो फिर दूजे दे अगे जाके क्यों दूजे दे अगे जाके निवीए। सतगुरु सच्चे पातशाह कहते तोड़े बंधन तोड़ दिते मेरे मालिक ने, मेरे भरमा वाले सदा सहज सुख पाए। जो भरम का नाश हो गया उदों सुख ही सुख, उदों आत्मक सुख मिलता। आत्मक सुख जो परम पिता परमात्मा ने कीता है, सोच समझ के कीता होएगा, वो मेरा दाता है, वो मेरे वास्ते बुरा थोड़ी करेगा। कुछ राज होएगा ये विच तां ही उन्हें कीता। जो कर रहा है वो चंगा ही कर रहा होगा, मेरी समझ विच नहीं आउंदा, गल वखरी। इट सिट तांदला भखड़ा आपां पुट पुट के बाथू अपने खेतों चो पुट पुट के ਜਾਂ स्प्रे ਦੇ ਨਾਲ ਸਾੜ ਸਾੜ ਕੇ ਸੁੱਟਦੇ ਆ ਨਾ, ਕਿਸੇ ਵੈਦ ਨੂੰ ਪੁੱਛ ਕੇ ਵੇਖੋ ਇਹਨਾਂ ਦੀ ਕੀਮਤ ਕੀ ਆ। ਪਰ ਸਾਨੂੰ ਨਹੀਂ ਸਮਝ, ਸਾਨੂੰ ਨਰਮੇ ਦੀ ਸਮਝ ਆ ਕਿ ਅਸੀਂ ਨਰਮਾ ਬਚਾਉਣਾ ਹੈ। ਇਹ ਤਾਂਦਲਾ ਤੇ ਇੱਟ ਸਿੱਟ ਨਹੀਂ, ਇਹਨੇ ਨਰਮੇ ਨੂੰ ਸਾੜ ਦੋਗੀ। ਇਹ ਜਿਹੜੀ ਇੱਟ ਸਿੱਟ ਇਹ ਮਲਮ ਬਣਦੀ ਹੈ ਜ਼ਖਮਾਂ ਤੇ ਲਾਉਣ ਵਾਲੀ। ਤਾਂਦਲਾ ਜਿਹੜਾ ਹੈ ਇਹ ਗਰਮ ਦਵਾਈਆਂ 'ਚ ਪੈਂਦਾ, ਜਿਹੜਾ ਦਮੇ ਦੀਆਂ ਬਿਮਾਰੀਆਂ ਹੁੰਦੀਆਂ, ਟੀਵੀ ਦੀਆਂ ਬਿਮਾਰੀਆਂ ਹੁੰਦੀਆਂ, ਉਹਨਾਂ ਵਿੱਚ ਪੈਂਦਾ। ਇਹਦਾ ਅਰਕ ਕੱਢ ਕੇ ਨਾ ਉਹਨਾਂ 'ਚ ਪਾਇਆ ਜਾਂਦਾ। ਸੋ ਇਸੇ ਤਰ੍ਹਾਂ ਮੈਨੂੰ ਨਹੀਂ ਸਮਝ, ਮੈਂ ਸਿਰਫ ਆਪਣਾ ਹੀ ਦੇਖਦਾ ਹੈ, ਉਸ ਰੱਬ ਨੇ ਪੂਰੀ ਕਾਇਨਾਤ ਦਾ ਦੇਖਣਾ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਹਾੜ ਦਾ ਮਹੀਨਾ ਹੋਵੇ ਨਾ, ਭਾਵੇਂ ਸਾਉਣ ਦਾ ਮਹੀਨਾ ਹੋਵੇ, ਇੰਨੀ ਅੱਤ ਦੀ ਗਰਮੀ ਹੋਵੇ, ਸਾਰਾ ਪਿੰਡ ਕਹਿੰਦਾ ਹੋਵੇ ਵਾਹਿਗੁਰੂ ਚਾਰ ਛਿੱਟਾਂ ਪਾ ਦੇ, ਵਾਹਿਗੁਰੂ ਕਰਦੇ ਥੋੜ੍ਹੀ ਠੰਡ, ਥੋੜ੍ਹੀਆਂ ਮੀਂਹ ਪਾ ਦੇ। ਤੇ ਜਿਹਨੇ ਘਰ 'ਚ ਵਿਆਹ ਰੱਖਿਆ ਹੁੰਦਾ ਨਾ, ਉਹ ਮੁੰਡੇ ਨੂੰ ਕਹਿੰਦੇ ਆ ਮਾਂ ਨੱਪਦੇ ਪਰਨਾਲੇ ਥੱਲੇ, ਮਾਂ ਆ 2 ਦਿਨ ਮੀਂਹ ਨਾ ਪਵੇ। ਸਾਰਾ ਪਿੰਡ ਇੱਕ ਪਾਸੇ ਆ ਵੀ ਮੀਂਹ ਪਵੇ, ਤੇ 1-2 ਦਿਨ ਦੇ ਫੰਕਸ਼ਨ ਵਾਸਤੇ ਉਹ ਕਹਿ ਰਿਹਾ ਹੁੰਦਾ ਮੀਂਹ ਨਾ ਪਵੇ। ਤੇ ਉਹ ਵੀ ਅਰਦਾਸਾਂ ਕਰ ਰਿਹਾ ਹੁੰਦਾ, ਰੱਬਾ 2 ਦਿਨ ਅੱਗੇ ਕਰ ਦੇ। ਤੇ ਕੀ ਅੱਜ ਤੁਹਾਡੇ ਵਿਆਹ ਹੈ ਤੇ ਜਿਹੜੇ 2 ਦਿਨ ਅੱਗੇ ਕਰ ਦਾਂਗੇ ਉਦੋਂ ਵਿਆਹ ਬੰਦ ਹੋ ਜਾਣਗੇ? ਉਦੋਂ ਨਹੀਂ ਕਿਸੇ ਦੇ ਘਰੇ ਵਿਆਹ ਹੋਏਗਾ। ਇਸ ਤਰ੍ਹਾਂ ਕਰਕੇ ਇਹ ਸਮਝ ਆ ਜਾਂਦੀ ਹੈ ਬੰਦੇ ਨੂੰ ਵੀ ਇਹ ਪਰਮੇਸ਼ਰ ਦੀ ਖੇਡ ਆ। ਉਹ ਜੋ ਕੁਝ ਕਰਦਾ ਹੈ ਸਹੀ ਕਰਦਾ ਹੈ, ਜੋ ਕੁਝ ਕਰ ਰਿਹਾ ਹੈ ਸਹੀ ਕਰੇਗਾ, ਜੋ ਕੁਝ ਵੀ ਕਰੇਗਾ ਸਹੀ ਹੀ ਕਰੇਗਾ, ਗਲਤ ਨਹੀਂ ਕਰੇਗਾ। ਇਹ ਜਦੋਂ ਗੱਲ ਸਮਝ 'ਚ ਆ ਜਾਂਦੀ ਹੈ ਉਦੋਂ ਸੁੱਖ ਮਿਲਦਾ ਹੈ। ਕੀ ਸਮਝ 'ਚ ਆਉਂਦਾ? ਹੋਣਾ ਸਾ ਸੋਈ ਫੁੱਲ ਹੋਸੀ,
जो होना है तो हो के रहेगा। ऐ बंदिया गुरु साहब कहते दुख सुख दोए दर कपड़े पहरे जाए मनुख ने तो ये ख्याल ना लेना भी उद्यम ही नहीं करना। ये महाराज सच्चे पातशाह जी कह रहे ने भी जो कुदरत ने करना वो होना है। ਜਿਹੜਾ ਸਰੀਰ ਦਾ ਦੁੱਖ ਸੁੱਖ ਆ ਉਹ 90% ਬੰਦਿਆ ਤੇਰੀ ਆਪਣੇ ਖਾਣ ਪਾਣ ਤੋਂ ਆ। ਖਾਣ ਪਾਣ ਪਹਿਨਣ ਦਾ ਧਿਆਨ ਨਹੀਂ ਰੱਖਦਾ। ਹੁਣ ਸਾਡੇ ਬਾਬਾ ਜੀ ਆ, ਇਹਨਾਂ ਨੇ ਜਦੋਂ ਵੀ ਕੱਪੜਾ ਲੈਣਾ ਛਿਲਕ ਦਾ ਲੈਣਾ। ਕਿਸੇ ਵੈਦ ਨੂੰ ਪੁੱਛ ਕੇ ਵੇਖੋ ਛਿਲਕ ਪਹਿਨਣ ਦੇ ਲਾਇਕ ਹੈਗੀ ਆ? ਛਿਲਕ ਵਾਲਾ ਤੇ ਹੋਰ ਕੋਈ ਟੈਂਟ ਨਹੀਂ ਲਾਉਂਦਾ। ਟੈਂਟ ਵਾਲੇ ਨੂੰ ਕਹਿ ਦਿੰਦੇ ਨੇ ਬਈ ਛਿਲਕ ਵਾਲਾ ਨਹੀਂ, ਬੜੀ ਗਰਮੀ, ਸਕਿਨ ਨੂੰ ਪਤਾ ਕਿੰਨੇ ਰੋਗ ਲੱਗਦੇ ਨੇ ਉਸ ਕੱਪੜੇ ਤੋਂ। ਬਾਬੇ ਦਾ ਸ਼ੌਂਕ ਹੈ, ਲੈਂਦਾ ਹੈ ਛਿਲਕ ਦਾ ਕੱਪੜਾ। ਇਸ ਤਰ੍ਹਾਂ ਕਰਕੇ ਕਈ ਰੋਗ ਤੇ ਅਸੀਂ ਆਪਣੇ ਸ਼ੌਂਕ ਨਾਲ ਪੈਦਾ ਕੀਤੇ ਆ, ਦੋਸ਼ ਰੱਬ ਨੂੰ ਦੇਣੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦੁੱਖ ਸੁੱਖ ਕਹਾਂ ਦਿਖਾਇਓ, ਗੁਰੂ ਨੇ ਕਿੱਥੇ ਲਿਖਿਆ ਤੇਰੇ ਕਰਮਾਂ 'ਚ। ਇਹ ਤਾਂ ਤੂੰ ਜਿੱਦਾਂ ਦੇ ਕਰਮ ਕਮਾਉਣਾ ਉਦਾਂ ਦਾ ਫਲ ਮਿਲਦਾ। ਖੰਡ ਬ੍ਰਹਮੰਡ ਕਾ ਇਹ ਕੋਠਨ ਗੁਰ ਪਰਦਾ ਖੋਲ ਦਿਖਾਇਓ। नौ निद नाम निदान इकठाई तो बाहर कैठे जायो। खंड ब्रह्मांड का एको ठाणा, इको जगह खंड ब्रह्मांड परम पिता परमात्मा है, ब्रह्मांड च है। गुरु ने पर्दा खोल के दिखा दिता तेरे नजरिए च है सारा कुछ। तेरा नजरिया किदां दा है इहदे विच सारा कुछ है। नौ निद नाम निधान एक ठाई, एक परमात्मा दे नाम दे विच नौ निधियां 18 सिद्धियां सब शक्तियां ने। ਅਸੀਂ ਫਲਾਣੇ ਬਾਬੇ ਕੋਲ ਫਲਾਣੀ ਸ਼ਕਤੀ ਆ, ਇੱਕ ਸ਼ਕਤੀ ਵਾਸਤੇ ਜਾਂਦੇ ਅਸੀਂ। ਮਹਾਰਾਜ ਕਹਿੰਦੇ ਰਿੱਧ ਸਿੱਧ ਨਾਮੇ ਕੀ ਦਾਸੀ, ਤੂੰ ਪਰਮਾਤਮਾ ਦਾ ਸਿਮਰਨ ਕਰ। ਰਿੱਧੀਆਂ ਸਿੱਧੀਆਂ ਰਿੱਧ ਸਿੱਧ ਪਿੱਛੇ ਲੱਗੀਆਂ ਫਿਰਨ, ਜੋ ਹਰਿ ਕਾ ਨਾਮ ਹਿਰਦੇ ਸਦਾ ਵਸਾਏ। ਜਿਹੜਾ ਹਰੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦਾ, ਇਹ ਰਿੱਧੀਆਂ ਸਿੱਧੀਆਂ ਤੇ ਉਹਦੇ ਮਗਰ ਮਗਰ ਤੁਰੀਆਂ ਫਿਰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੌਨਿਦ ਨਾਮ ਨਿਧਾਨ ਇੱਕ ਠਾਈ, ਇੱਕ ਪਰਮਾਤਮਾ ਦੇ ਨਾਮ ਵਿੱਚ ਆ। ਤੋਂ ਬਾਹਰ ਕਿੱਥੇ ਜਾਓ, ਫਿਰ ਬਾਹਰ ਕਿਉਂ ਭੱਜਾ ਫਿਰਦਾ? ਉਹ ਬਾਬੇ ਨੂੰ ਰਿੱਧੀਆਂ ਸਿੱਧੀਆਂ ਸਿੱਧੇ ਆ, ਕਿਉਂ ਬਾਹਰ ਭੱਜਾ ਫਿਰਦਾ? ਸਿਮਰਨ ਕਰ, ਭਜਨ ਬੰਦਗੀ ਕਰ, ਇਹ ਰਿੱਧੀਆਂ ਸਿੱਧੀਆਂ ਚੱਲ ਕੇ ਤੇਰੇ ਕੋਲ ਆਉਣਗੀਆਂ। ਏਕੇ ਅਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ। कहो नानक भरम गुण खोई है इव तत्ते तत्त मिलायो। एक अनेक अनेक भात साजी, भात साजी इको ही आ। माटी एक अनेक भात कर बहु विध घरे कुम्हारा। कुम्हार बर्तन बनाउंदा इको मिट्टी चों बनाउंदा। घड़ा बनाता, चपनी बना दी, सराही बना दी, कुंडा बना दिता, शिकाला बना दिता, कई कुछ बना दिंदा इको मिट्टी तो। वो वख-वख थोड़ी हो जाते हैं। इस तरह महाराज कहते एक नूर ते सब जग उपजिया। खाक नूर करदन आलम दुनियाए, जिमी आसमान आए पदाइश खुदाए बंदे चश्म दीदन फनाए। ऐ बंदिया ਇਹ ਖਾਕ ਮਿੱਟੀ ਦੀ ਤਸਵੀਰ ਮੂਰਤੀ, ਇਹਦੇ ਵਿੱਚ ਜੇ ਨੂਰ ਆ ਤੇ ਪਰਮ ਪਿਤਾ ਪਰਮਾਤਮਾ ਦੀ ਜੋਤ ਆ। ਖਾਕ ਨੂਰ ਕਰਦਮ ਆਲਮ ਦੁਨੀਆ, ਦੁਨੀਆ ਦਾ ਆਲਮ ਜਿਹੜਾ ਉਹਨੇ ਇਹਦੇ ਵਿੱਚ ਜੋਤ ਜਗਾਈ ਹਿਰਦੇ ਦੇ ਵਿੱਚ, ਉਹ ਸਾਰਿਆਂ 'ਚ ਇੱਕੋ ਜੀ ਆ। ਸਰੀਰ ਕਿਸੇ ਦਾ ਕਾਲਾ, ਕਿਸੇ ਦਾ ਗੋਰਾ, ਕਿਸੇ ਦੇ ਸਰੀਰ ਉੱਤੇ ਸੋਹਣੇ ਚਾਂਦੀ ਦੇ ਗਹਿਣੇ ਤੇ ਕਿਸੇ ਦੇ ਸਰੀਰ ਦੇ ਉੱਤੇ ਝੂਠੇ ਮੂਠੇ ਗਹਿਣੇ, ਕਿਸੇ ਦੇ ਉਹ ਵੀ ਨਹੀਂ ਹੈਗੇ, ਪਰ ਜੋਤ ਸਾਰਿਆਂ ਦੇ ਅੰਦਰ ਇੱਕੋ ਜੀ ਆ ਉਸ ਪਰਮਾਤਮਾ ਦੀ। ਮਹਾਰਾਜ ਕਹਿੰਦੇ ਜ਼ਮੀਨ ਅਸਮਾਨ ਪਾਣੀ ਦਰਖਤ ਪਸ਼ੂ ਪੰਛੀ ਆਏ ਆਬ ਦਾ ਪਾਣੀ ਪਦਾਇਸ਼ ਖੁਦਾਏ, ਉਸ ਖੁਦਾ ਦੀ ਪਦਾਇਸ਼ ਹੈ ਸਾਰੇ। ਪਰ ਇਹ ਵੀ ਨਾਲ ਕਹਿੰਦੇ ਚਸ਼ਮ ਬੰਦੇ ਚਸ਼ਮ ਦੀਦਮ ਫਨਾਏ, ਇਹ ਫਾਰਸੀ ਦੇ ਸ਼ਬਦ ਹੈ। ਐ ਬੰਦਿਆ ਇਹਨਾਂ ਨੇਤਰਾਂ ਦੇ ਨਾਲ ਜੋ ਤੂੰ ਦੇਖਦਾ ਪਿਆ ਨਾ, ਇਹ ਸਭ ਫਨਾ ਹੋ ਜਾਂਦਾ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ। लंका गढ़ सोने का पहया, मूर्ख रावण क्या रह गया। मूर्ख सानू क्या है,
ਕਿੰਨਾ ਕੁ ਤੂੰ ਉਹਦੇ ਤੋਂ ਅਮੀਰ ਜ਼ਿਆਦਾ ਹੋ ਜਾਏਗਾ ਰਾਵਣ ਤੋਂ। ਉਹ ਕੀ ਲੈ ਗਿਆ? 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ। 1 ਲੱਖ ਪੁੱਤਰ ਤੇ 1.25 ਲੱਖ ਧੀ, ਉਹਦੀ ਦੀਵਾ ਬੱਤੀ ਕਰਨ ਵਾਲਾ ਕੋਈ ਨਾ, ਤੇ ਤੂੰ ਕੀ ਲੈ ਜਾਏਗਾ? ਐ ਬੰਦਿਆ, ਇਹ ਸੰਸਾਰ ਤੇ ਆਇਆ ਮਨੁੱਖ ਦਾ ਜਨਮ ਸਫਲ ਕਰਕੇ ਜਾ, ਤਾਂ ਕਿ ਤੈਨੂੰ ਬਾਰ-ਬਾਰ ਮਨੁੱਖ ਜਨਮ ਦੇ ਵਿੱਚ ਜਾਂ 84 ਵਿੱਚ ਨਾ ਆਉਣਾ ਪਵੇ। ਇਹ ਤਾਂ ਹੋਏਗਾ ਜੇ ਗੁਰੂ ਨੂੰ ਆਪਾਂ ਭੇਟ ਕਰਾਂਗੇ। ਭੁੱਲ ਚੁੱਕ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਨ ਗੁਰੂ ਪਾਣੀ ਪਿਤਾ, ਚੰਗਿਆਈਆਂ ਬੁਰਿਆਈਆਂ ਬਾਝੇ ਧਰਮ।